ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧि ਸਮਝਾਵੋ। ਹਮ ਗਿਆਨ ਅਲਪ ਮਤ ਥੋੜੀ ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਜੀ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਸਤਿਗੁਰਾਂ ਨੇ ਜਿਨ੍ਹਾਂ ਵੀ ਰੂਹਾਂ 'ਤੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਜਗਾ ਕੇ ਆਪਣੀ ਅੰਮ੍ਰਿਤਮਈ ਬਾਣੀ ਦੀ ਨਿੱਘ ਦੇ ਰਹੇ ਹਨ। ਸਤਿਗੁਰੂ ਦਾ ਕੋਟਾਨ ਕੋਟ ਧੰਨਵਾਦ, ਸ਼ੁਕਰ ਹੈ। ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਇਸ ਨਾਮ ਦੀ ਸੁਗੰਧੀ ਨੂੰ ਲੈ ਰਹੇ ਹੋ। ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਭਾਓ। ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕੋ ਆਓ। ਫਰੀਦ ਸਾਹਿਬ ਕਹਿੰਦੇ ਨੇ, ਰੱਬ ਅੰਮ੍ਰਿਤ ਵੇਲੇ ਨਾਮ ਦੀ ਸੁਗੰਧੀ ਵੰਡਦਾ ਹੈ, ਪਰ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਆਲਸ ਨਿੰਦਰਾ ਨੂੰ ਤਿਆਗ ਕੇ ਔਰ ਉਸ ਪਰਮਾਤਮਾ ਦੇ ਨਾਮ ਦੀ ਭਗਤੀ ਵਿੱਚ ਜੁੜਦੇ ਹਨ। ਉਹ ਭਗਤੀ ਦੀ ਸੁਗੰਧੀ ਲੈਂਦੇ ਹਨ। ਜਿਨ੍ਹਾਂ ਨੈਣ ਨਿੰਦਰਾਵਲੇ, ਪਰ ਜਿਹੜੇ ਅੱਖਾਂ ਦੇ ਵਿੱਚ ਨਿੰਦਰਾਵਲ ਵਿੱਚ ਪਏ ਨੇ, ਅੱਧੇ ਤੋਂ ਜ਼ਿਆਦਾ ਸੰਸਾਰ ਸੁੱਤਾ ਪਿਆ ਹੈ। ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕੋ ਆਓ। ਉਹਨਾਂ ਨੂੰ ਕਿਸ ਤਰ੍ਹਾਂ ਰੱਬ ਮਿਲ ਸਕਦਾ ਹੈ? ਤਾਂ ਰੱਬ ਪਾਉਣ ਵਾਸਤੇ ਅੰਮ੍ਰਿਤ ਵੇਲੇ ਜਾਗਣਾ ਅਤ ਜ਼ਰੂਰੀ ਹੈ। ਤਾਂ ਆਪ ਸਾਰੇ ਵੱਡੇ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਹੀ ਜਾਗ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਦੇ ਹੋ। ਗੁਰੂ ਮਹਾਰਾਜ ਕਿਰਪਾ ਕਰਨ। ਆਓ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਅਸੀਂ ਸਾਂਝ ਕਰੀਏ। ਜਿੱਥੇ ਵੀ ਅਸੀਂ ਘਰਾਂ ਵਿੱਚ ਬੈਠੇ ਹਾਂ, ਮਨ ਦੀ ਬਿਰਤੀ ਨੂੰ ਇਕਾਗਰ ਰੱਖੀਏ। ਹਿਰਦੇ ਦੀ ਗਹਿਰਾਈਆਂ ਵਿੱਚੋਂ ਕਹੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਬਹੁਤ ਵਿਦਵਾਨ ਅਕਸਰ ਦੱਸਦੇ ਹਨ ਕਿ ਸਿੱਧਾਂ ਨਾਲ ਜੋ ਵਿਚਾਰ ਗੋਸ਼ਟ ਹੋਈ ਹੈ, ਉਹਦਾ ਵੀ ਸਤਿਗੁਰੂ ਜਵਾਬ ਉਹਨਾਂ ਨੂੰ ਦੇ ਰਹੇ ਹਨ। ਤਾਂ ਮਹਾਰਾਜ ਪਿਛਲੀਆਂ 2 ਪੌੜੀਆਂ 'ਚ ਅਸੀਂ ਵਿਚਾਰਨ ਦਾ ਯਤਨ ਕੀਤਾ ਸੀ ਕਿ ਸਤਿਗੁਰੂ ਕਹਿੰਦੇ ਹਨ ਕਿ ਸੰਸਾਰ ਦੇ ਵਿੱਚ ਅਸੰਖ ਜਪ ਅਸੰਖ ਭਾਵ ਨੇ, ਜਿਨ੍ਹਾਂ ਦੀ ਗਿਣਤੀ ਨਹੀਂ ਹੈ। ਅਸੰਖ ਹੁੰਦਾ ਹੈ ਕਿ ਗਿਣਤੀ ਤੋਂ ਪਰੇ। ਇਤਨੇ ਹਨ ਜਿਹੜੇ ਨਾਮ ਜਪ ਰਹੇ ਹਨ, ਜਿਹੜੇ ਉਸ ਨੂੰ ਪਿਆਰ ਕਰਦੇ ਹਨ,
ਜਿਹੜੇ ਉਹਨਾਂ ਦੇ ਗ੍ਰੰਥਾਂ ਦੇ ਪਾਠ ਕਰ ਰਹੇ ਹਨ, ਜਿਹੜੇ ਅਨੇਕਾਂ ਹੀ ਹਨ, ਗਿਣਤੀ ਨਹੀਂ ਹੈ, ਜਿਹੜੇ ਦਾਨੀ ਹਨ, ਜਿਹੜੇ ਦਾਤੇ ਹਨ। ਸਤਿਗੁਰੂ ਫਿਰ ਅਗਲੀ ਪੌੜੀ ਵਿੱਚ ਕਹਿੰਦੇ ਹਨ, ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ। ਭਾਵ ਕਿ ਜੇ ਸਾਰੇ ਹੀ ਨਾਮ ਜਪ ਰਹੇ ਨੇ ਤੇ ਫਿਰ ਇਹ ਮੂਰਖ ਕੌਣ ਨੇ, ਤੇ ਫਿਰ ਗਲੁੜ ਹੱਤਿਆ ਕਮਾਉਣ ਵਾਲੇ ਕੌਣ ਨੇ, ਫਿਰ ਦਾਨੀ ਕੌਣ ਨੇ, ਤੇ ਫਿਰ ਭਿਖਾਰੀ ਕੌਣ ਹੈ। ਸਤਿਗੁਰੂ ਕਹਿੰਦੇ ਨੇ ਦਰਅਸਲ ਸੰਸਾਰ ਦੇ ਵਿੱਚ ਬਹੁਤਾਤ ਲੋਕ ਡਬਲ ਰੋਲ ਅਦਾ ਕਰ ਰਹੇ ਹਨ। ਧਰਮ ਦੇ ਨਾਮ ਦਾ ਵੀ ਨਾਮ ਜਪ ਰਹੇ ਹਨ ਤੇ ਨਾਲ ਨਾਲ ਲੁੱਟ ਖਸੁੱਟ ਵੀ ਕਰ ਰਹੇ ਹਨ। ਹਰ ਹਰ ਕਰੇ ਨਿਤ ਕਪਟ ਕਮਾਵੇ। ਹਰੀ ਦਾ ਨਾਮ ਵੀ ਜਪ ਰਹੇ ਨੇ, ਕਪਟ ਵੀ ਕਮਾ ਰਹੇ ਨੇ। ਉਹੀ ਬੰਦਾ ਹੈ ਰਾਤ ਨੂੰ ਲੁੱਟਦਾ ਹੈ, ਚੋਰੀਆਂ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਉਹੀ ਫਿਰ ਸਵੇਰ ਨੂੰ ਕੰਬਲ ਵੀ ਵੰਡਦਾ ਹੁੰਦਾ, ਦਾਨੀ ਵੀ ਬਣਿਆ ਹੁੰਦਾ ਹੈ। ਉਸ ਦਾਨ ਦਾ ਕੀ ਫਾਇਦਾ? ਮਹਾਰਾਜ ਕਹਿੰਦੇ ਨੇ ਜੇ ਕਿਸੇ ਦਾ ਤੂੰ ਹੱਤਿਆ ਕਰਕੇ, ਕਿਸੇ ਦਾ ਖੂਨ ਚੂਸ ਕੇ ਤੂੰ ਦਾਨੀ ਬਣਿਆ ਫਿਰਨਾ ਹੈ, ਤਾਂ ਐਸੇ ਜਪਣ ਵਾਲਿਆਂ ਨੂੰ ਗੁਰੂ ਸਾਹਿਬ ਕਹਿੰਦੇ ਨੇ ਬਹੁਤ ਕੰਮ, ਜਿਹੜੇ ਅੰਮ੍ਰਿਤ ਵੇਲੇ ਵੀ ਜਾਗ ਪੈਂਦੇ ਨੇ ਪਰ ਮਾੜੇ ਕੰਮ ਵੀ ਕਰ ਰਹੇ ਹਨ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਸੰਸਾਰ ਦੇ ਵਿੱਚ ਜੀਣਾ ਹੀ ਤੇ ਇੱਕ ਸਾਈਡ ਹੋ ਕੇ ਜੀ, ਜੇ ਪਰਮਾਤਮਾ ਦਾ ਨਾਮ ਜਪ ਰਹੇ ਹੈ, ਐਵੇਂ ਜਪ ਜਿਵੇਂ ਪੜ੍ਹਿਆ ਨਾ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਅੰਦਰੋਂ ਬਾਹਰੋਂ ਨਿਰਮਲ ਹੋ ਕੇ ਕਰ। ਇਹ ਨਹੀਂ ਕਿ ਸੰਸਾਰ ਦੇ ਵਿੱਚ ਅੰਦਰੋਂ ਤੂੰ ਕੁਛ ਹੋਰ ਹੈ ਤੇ ਬਾਹਰੋਂ ਹੋਰ ਹੈ। ਤਾਂ ਗੁਰੂ ਸਾਹਿਬ ਅੱਜ ਇਸ ਪੌੜੀ ਦੇ ਅੰਦਰ ਉਸ ਪਰਮਾਤਮਾ ਦੀਆਂ ਬਖਸ਼ਿਸ਼ਾਂ ਸਾਡੀ ਝੋਲੀ ਵਿੱਚ ਪਾ ਰਹੇ ਹਨ। ਕੀ ਕਹਿ ਰਹੇ ਹਨ? ਅਸੰਖ ਨਾਮ ਅਸੰਖ ਥਾਂ ਨਾਮ। ਇੱਥੇ ਬਿੰਦੀ ਲਾ ਕੇ ਪੜ੍ਹਨਾ ਹੈ। ਅਕਸਰ ਅਸੀਂ ਨਾਵ ਪੜ੍ਹ ਜਾਂਦੇ ਹਾਂ, ਨਾਵ ਹੁੰਦੀ ਬੇੜੀ, ਬੋਟ, ਪਰ ਗੁਰੂ ਸਾਹਿਬ ਇੱਥੇ ਨਾਵ ਕਹਿ ਰਹੇ ਨੇ। ਨਾਮ ਪਰਮਾਤਮਾ ਦੇ ਅਨੇਕਾਂ ਹੀ ਨਾਮ ਨੇ। ਅਸੰਖ ਹੁੰਦਾ ਹੈ ਜਦੋਂ ਗਿਣਤੀ ਤੋਂ ਪਰੇ ਗੱਲ ਹੋ ਜਾਏ ਨਾ, ਬਈ ਗਿਣਤੀ ਵਿੱਚ ਨਾ ਆਏ ਤੇ ਅੱਖਰ ਦਿੱਤਾ ਜਾਂਦਾ ਹੈ ਅਸੰਖ ਹੈ, ਭਾਵ ਕਿ ਉਹ ਹਿੰਸੇ ਵਿੱਚ ਨਹੀਂ ਹੈ। ਤੋ ਗੁਰੂ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਦੇ ਅਨੇਕਾਂ ਹੀ ਨਾਮ ਨੇ। ਕੀਰਤਨ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾਪੂਰ ਬਲਾ। ਪਰਮਾਤਮਾ ਦੇ ਬੜੇ ਹੀ ਨਾਮ ਨੇ। ਮਹਾਰਾਜ ਜਾਪ ਸਾਹਿਬ ਵਿੱਚ ਕਹਿੰਦੇ ਨੇ ਨਾ ਕਿ ਇਤਨੇ ਨਾਮ ਨੇ ਕਿ ਮੈਂ ਉਹਨਾਂ ਦਾ ਬਿਆਨ ਨਹੀਂ ਕਰ ਸਕਦਾ। ਔਰ ਸਾਡੇ ਵਿੱਚ ਕੀ ਹੈ? ਪਰਮਾਤਮਾ ਹੀ ਤੇ ਹੈ। ਔਰ ਸਾਡੇ ਜਿੰਨੇ ਨਾਮ ਨੇ ਉਹ ਵੀ ਉਹਦੇ ਹੀ ਤੇ ਨਾਮ ਨੇ। ਔਰ ਜਿੱਥੇ ਉਹਦੇ ਟਿਕਾਣੇ ਨੇ, ਜਿੱਥੇ ਉਹਦਾ ਨਾਮ ਹੈ ਉੱਥੇ ਉਹਨੇ ਟਿਕਾਣੇ ਵੀ ਨੇ ਉਹਦੇ। ਕੋਈ ਧਰਤੀ ਤੇ ਐਸੀ ਜਗ੍ਹਾ ਨਹੀਂ ਹੈ ਜਿੱਥੇ ਉਹਦਾ ਟਿਕਾਣਾ ਨਹੀਂ ਹੈ। ਔਰ ਉਹਨਾਂ ਨਾਮਾਂ ਨੂੰ ਕੋਈ ਦੱਸ ਨਹੀਂ ਸਕਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਦੇ ਬੇਅੰਤ ਨਾਮ ਨੇ ਔਰ ਬੇਅੰਤ ਹੀ ਉਸ ਦੇ ਟਿਕਾਣੇ ਨੇ। ਅਗੰਮ ਅਗੰਮ ਅਸੰਖ ਲੋ ਅਗੰਮ। ਗਮ ਜੇ ਸੰਧੀ ਵਿਛੇਦ ਕਰੀਏ ਤੇ ਐੜਾ ਤੇ ਗਮ। ਗਮ ਹੁੰਦੀ ਹੈ ਪਹੁੰਚ, ਪਕੜ। ਉਹ ਪਰਮਾਤਮਾ ਪਹੁੰਚ ਤੋਂ ਪੜੇ ਹੈ। ਉਹਦੇ ਕਿੰਨੇ ਹੀ ਲੋਕ ਨੇ, ਮੰਡਲ ਨੇ, ਜਿਹੜੀ ਸਾਡੀ ਇਸ ਪਹੁੰਚ ਤੋਂ ਪਰੇ ਨੇ। ਦੇਖੋ ਪਰਮਾਤਮਾ ਦੇ ਇਤਨੇ ਥਾਂ ਨੇ। ਅਸੀਂ ਸਮਝਦੇ ਹਾਂ ਜੇ ਅਸੀਂ ਦਿੱਲੀ ਰਹਿ ਰਹੇ ਹਾਂ ਤੇ ਅਸੀਂ ਪੂਰੀ ਦਿੱਲੀ ਵੀ ਨਹੀਂ ਦੇਖੀ ਹੋਣੀ। ਕਿੰਨੇ ਥਾਂ ਨੇ ਉਹਦੇ। ਦਿੱਲੀ ਕੀ ਹੋਰ ਸਟੇਟਾਂ, ਇੰਡੀਆ ਪੂਰਾ ਨਹੀਂ ਦੇਖਿਆ। ਕਿੰਨੀਆਂ 195 ਕੰਟਰੀਆਂ ਨੇ। ਫਿਰ ਇੱਕ ਧਰਤੀ ਹੈ
ਕਰੋੜਾਂ ਹੀ ਧਰਤੀਆਂ ਨੇ, ਕਿੰਨੀਆਂ ਹੀ ਥਾਵਾਂ ਨੇ ਉਸ ਦੀਆਂ। ਗੁਰੂ ਸਾਹਿਬ ਕਹਿੰਦੇ ਨੇ ਕਿ ਉਹਦੇ ਥਾਂ ਇੰਨੇ ਨੇ ਕਿ ਕੋਈ ਉਸ ਨੂੰ ਗਿਣਤੀ ਵਿੱਚ ਨਹੀਂ ਲਿਆ ਸਕਦਾ ਕਿ ਇਤਨੇ ਉਹਦੇ ਥਾਂ ਨੇ। ਅੱਖਰ ਤਾਂ ਹੀ ਗੁਰੂ ਸਾਹਿਬ ਨੇ ਅਸੰਖ ਵਰਤ ਦਿੱਤਾ ਹੈ ਕਿ ਹੇ ਪਰਮਾਤਮਾ ਤੇਰੇ ਨਾਮ ਅਸੰਖ ਨੇ, ਔਰ ਜਿਹੜੇ ਉਸ ਨਾਵਾਂ ਤੇ ਤੂੰ ਜਿੱਥੇ ਜਿੱਥੇ ਵੀ ਹਨ ਟਿਕਾਣੇ ਨੇ ਤੇਰੇ, ਉਹ ਵੀ ਅਸੰਖ ਨੇ, ਔਰ ਉਹਨਾਂ ਦੀ ਪਹੁੰਚ ਸਾਡੀ ਪਹੁੰਚ ਤੋਂ ਪਰੇ ਹਨ। ਇਤਨੇ ਉਹਦੇ ਮੰਡਲ ਹਨ, ਕਿਤਨੇ ਲੋਕ ਨੇ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ। ਕਰੋੜਾਂ ਹੀ ਬ੍ਰਹਿਮੰਡ ਨੇ। ਅਸੰਖ ਕਹੈ ਸਿਰ ਭਾਰ ਹੋਏ। ਕਿਤਨੀ ਕਮਾਲ ਦੀ ਗੱਲ ਗੁਰੂ ਸਾਹਿਬ ਕਹਿ ਰਹੇ ਨੇ। ਕਹਿੰਦੇ ਨੇ ਅਸੰਖ ਕਹਿ ਕੇ ਵੀ ਨਾ, ਹੇ ਪਰਮਾਤਮਾ ਤੇਰੀ ਮੈਂ ਇਤਨੀ ਬੇਅੰਤਤਾ ਨੂੰ ਦੱਸ ਰਿਹਾ ਵਾਂ, ਜਿਹੜਾ ਜੇ ਮੈਂ ਇਸ ਵਰਡ ਨੂੰ ਅਸੰਖ ਕਹਿ ਰਿਹਾ ਨਾ, ਇਹ ਵੀ ਸਮਝੋ ਭਾਰ ਹੈ, ਕਿਉਂਕਿ ਫਿਰ ਇਹ ਵੀ ਅੱਖਰਾਂ ਵਿੱਚ ਬੰਨਿਆ ਗਿਆ। ਪਰ ਮਜਬੂਰੀ ਹੈ, ਕੁਝ ਅੱਖਰ ਯੂਜ਼ ਕਰਕੇ ਤੇ ਕਹਿਣਾ ਪਏਗਾ ਨਾ ਕਿ ਇਹ ਪਰਮਾਤਮਾ ਤੇਰੇ ਨਾਮ ਬੇਅੰਤ ਨੇ, ਅਸੰਖ ਨੇ। ਆਫਟਰ ਆਲ ਕੋਈ ਨਾ ਕੋਈ ਅੱਖਰ ਤੇ ਲਿਆਣਾ ਹੀ ਪਏਗਾ ਨਾ ਕਿ ਹੇ ਪਰਮਾਤਮਾ ਪ੍ਰਤੀ, ਹੇ ਪਰਮਾਤਮਾ ਤੂੰ, ਤੇਰੇ ਨਾਮ ਅਸੰਖ ਨੇ, ਤੂੰ ਤੇਰੇ ਟਿਕਾਣੇ ਅਸੰਖ ਨੇ, ਕਹਿਣਾ ਤੇ ਪਏਗਾ। ਪਰ ਮਾਰੇ ਕਹਿੰਦੇ ਨੇ ਇਹ ਮੈਨੂੰ ਲੱਗ ਰਿਹਾ ਹੈ ਕਿ ਮੈਂ ਇਹ ਅਸੰਖ ਅੱਖਰ ਕਹਿ ਕੇ ਨਾ, ਅਸੰਖ ਕਹੈ ਸਿਰ ਭਾਰ ਹੋਏ, ਮੇਰੀ ਮਜਬੂਰੀ ਹੈ, ਮੈਨੂੰ ਕਹਿਣਾ ਪੈ ਰਿਹਾ ਹੈ। ਪਰ ਇਹ ਕਹਿ ਕੇ ਸਿਰ ਤੇ ਭਾਰ ਲੈਣ ਵਾਲੀ ਗੱਲ ਹੈ ਕਿ ਪਰਮਾਤਮਾ ਦੀ ਕੋਈ ਹੋਂਦ ਨੂੰ ਦੱਸ ਨਹੀਂ ਸਕਦਾ, ਇਤਨਾ ਬੇਅੰਤ ਹੈ। ਪਰ ਦੇਖੋ ਕਦੀ ਵੀ ਕੋਈ ਚੀਜ਼ ਨੂੰ ਦੱਸਣਾ ਹੋਵੇ ਨਾ, ਤੇ ਉਹਨੂੰ ਅੱਖਰਾਂ ਨਾਲ ਹੀ ਦੱਸਣਾ ਪਏਗਾ ਨਾ, ਹੋਰ ਕੋਈ ਸਾਡੇ ਕੋਲ ਸਾਧਨ ਨਹੀਂ ਹੈ। ਹੁਣ ਮੈਂ ਗੱਲ ਕਰ ਰਿਹਾ, ਅੱਖਰਾਂ ਦਾ ਜੋੜ ਕਰਕੇ ਤੁਹਾਡੇ ਸਾਹਮਣੇ ਗੱਲ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ। ਤੁਸੀਂ ਸੁਣ ਰਹੇ ਹੋ, ਅੱਖਰਾਂ ਦੀ ਬਿਉਂਤ ਨੂੰ ਸੁਣ ਕੇ ਅੱਖਰਾਂ ਨੂੰ ਸਮਝ ਰਹੇ ਹੋ। ਕੋਈ ਨਾ ਕੋਈ ਤੇ ਅੱਖਰ ਹੋਣਗੇ ਨਾ ਜਿਹੜੇ ਪਰਮਾਤਮਾ ਦੇ ਨਾਲ ਸਾਨੂੰ ਮਿਲਣਗੇ। ਤੋ ਪਾਤਸ਼ਾਹ ਕਹਿੰਦੇ ਨੇ ਆਖਰੀ ਨਾਮ ਆਖਰੀ ਸਾਲਾਹਾ, ਅੱਖਰਾਂ ਕਰਕੇ ਹੀ ਰੱਬ ਦਾ ਨਾਮ ਹੈ। ਦੇਖੋ ਕੋਈ ਅਸੀਂ ਅੱਖਰ ਯੂਜ਼ ਕਰਾਂਗੇ ਤੇ ਤਾਂ ਹੀ ਨਾਮ ਬਣੇਗਾ ਨਾ, ਬਿਨਾਂ ਅੱਖਰਾਂ ਤੋਂ ਕੁਛ ਨਹੀਂ ਹੈ। ਅੱਖਰਾਂ ਨਾਲ ਸਾਡੇ ਮੇਲ ਮਿਲਾਪ ਹੁੰਦੇ ਨੇ। ਜੇ ਇਹੀ ਅੱਖਰ ਨਾ ਹੋਣ ਤੇ ਫਿਰ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਿੱਥੋਂ ਕਰਾਂਗੇ। ਜੇ ਵਾਹਿਗੁਰੂ ਕਹਿ ਰਹੇ ਹਾਂ, ਰਾਮ ਕਹਿ ਰਹੇ ਹਾਂ, ਅੱਲਾ ਕਹਿ ਰਹੇ ਹਾਂ, ਬਿਠੁਲ ਕਹਿ ਰਹੇ ਹਾਂ, ਨਾਰਾਇਣ ਕਹਿ ਰਹੇ ਹਾਂ, ਦਾਮੋਦਰ ਕਹਿ ਰਹੇ ਹਾਂ, ਅਨੇਕਾਂ ਹੀ ਕੀਰਤਮ ਨਾਮ ਨੇ ਪਰਮਾਤਮਾ ਦੇ। ਸਾਡੇ ਤੁਹਾਡੇ ਨਾਮ ਨੇ। ਜੇ ਮੈਂ ਕਿਸੇ ਨਾਲ ਗੱਲ ਕਰਨੀ ਹੈ, ਕਿਸੇ ਨੂੰ ਬੁਲਾਉਣਾ ਹੈ, ਤੇ ਮੈਨੂੰ ਅੱਖਰਾਂ ਦੀ ਵਰਤੋਂ ਕਰਨੀ ਪਏਗੀ। ਕਿਸੇ ਜਗ੍ਹਾ ਤੋਂ ਮੈਂ ਜਾਣਾ ਵਾਂ, ਤੁਸੀਂ ਕਿਸੇ ਸ਼ਹਿਰ ਜਾਂਦੇ ਹੋ, ਉਹ ਕਹਿੰਦੇ ਕੀ ਨਾਮ ਹੈ ਉਹਦਾ, ਕੀ ਪਤਾ ਹੈ। ਅਸੀਂ ਅੱਖਰਾਂ ਰਾਹੀਂ ਦੱਸਣੇ ਆ ਨਾ ਬਈ ਫਲਾਣਾ ਨਾਮ ਹੈ, ਫਲਾਣੀ ਜਗ੍ਹਾ ਹੈ, ਇਹ ਉਸ ਦਾ ਨਾਮ ਹੈ, ਇਹ ਉਹਦਾ ਹੈ। ਇਹ ਸਾਰੀ ਗੱਲਬਾਤ ਕਿਹਦੇ ਨਾਲ ਹੋਈ? ਅੱਖਰਾਂ ਨਾਲ। ਅੱਖਰਾਂ ਨਾਲ ਸੰਬੰਧ ਬਣਦੇ ਨੇ। ਅੱਖਰ ਹੀ ਸਾਨੂੰ ਲੈ ਜਾਂਦੇ ਹਨ ਅਗਾਂਹ ਤੱਕ। ਤੋ ਮਾਰੇ ਕਹਿੰਦੇ ਨੇ ਆਖਰੀ ਨਾਮ, ਉਸ ਰੱਬ ਦਾ ਨਾਮ ਅੱਖਰਾਂ ਵਿੱਚ ਹੈ। ਆਖਰੀ ਸਾਲਾਹ, ਇੱਥੇ ਸਲਾਹ ਨਹੀਂ ਪੜਨਾ, ਸਾਲਾਹ। ਉਸ ਪਰਮਾਤਮਾ ਦੀ ਸਿਫਤ ਵੀ ਅੱਖਰਾਂ ਨਾਲ ਹੀ ਹੁੰਦੀ ਹੈ। ਹੁਣ ਜਿੰਨੇ ਤੁਸੀਂ ਸ਼ਬਦ ਪੜ੍ਹਦੇ ਹੋ, ਦੱਸੋ ਕੋਈ ਸ਼ਬਦ ਬਿਨਾਂ ਅੱਖਰ ਤੋਂ ਬਣਿਆ ਹੈ? ਹਾਂ, ਇੱਕ ਗੱਲ ਮੈਂ ਇੱਥੇ ਜ਼ਰੂਰ ਕਹਾਂਗਾ, ਜਦੋਂ ਤੁਸੀਂ, ਇਹ ਬੜੇ ਧਿਆਨ ਨਾਲ ਸੁਣਨ ਦੀ ਗੱਲ ਹੈ, ਜਦੋਂ ਇਹ ਅੱਖਰ, ਇਹ ਜਿਹੜੇ ਅਸੀਂ ਅੱਖਰ ਬੋਲ ਰਹੇ ਹਾਂ ਨਾ, ਇੱਕ ਸਮਾਂ ਆਏਗਾ ਅੱਗੇ ਜਾ ਕੇ ਅੱਖਰ ਇਹ ਵੀ ਮਿਟ ਜਾਣਗੇ। ਗੁਰਬਾਣੀ ਕਹਿੰਦੀ ਏ ਇਹ ਅੱਖਰ ਖਿਰ ਜਾਏਂਗੇ। ਭਗਤ ਕਬੀਰ ਜੀ ਕਹਿੰਦੇ ਨੇ ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੇ ਨਾਹੀਂ।
ਜਦੋਂ ਅਸੀਂ ਪਰਮਾਤਮਾ ਦੇ ਨਾਲ ਇਕਮਿਕ ਹੋਣਾ ਹੈ ਨਾ, ਉਦੋਂ ਇਹ ਅੱਖਰ ਨਹੀਂ ਰਹਿਣਗੇ। ਜਿਹੜੇ ਅਸੀਂ ਅੱਖਰ ਬੋਲ ਰਹੇ ਹਾਂ ਨਾ, ਇਹ ਅੱਖਰ ਖਿੰਨ ਜਾਏਂਗੇ। ਉਹ ਅੱਖਰ ਇਹ ਮਹਿਨਾਏ, ਉਹ ਅੱਖਰ ਨੇ ਨਾ ਜਿਹੜੇ, ਉਹ ਇਹਨਾਂ ਦੇ ਵਿੱਚ ਨਹੀਂ ਨੇ। ਜਦੋਂ ਅਸੀਂ ਵਾਹਿਗੁਰੂ 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 ਉਸ ਪਰਮਾਤਮਾ ਦੇ ਨਾਲ, ਇਸ ਅੱਖਰਾਂ ਦੇ ਨਾਲ, ਨਾਮ ਦੇ ਨਾਲ ਜਦੋਂ ਪਰਮਾਤਮਾ ਤੱਕ ਪਹੁੰਚਾਂਗੇ ਨਾ, ਉਸ ਪਰਮਾਤਮਾ ਦੇ ਦੇਸ਼ ਵਿੱਚ ਇਹ ਅੱਖਰ ਫਿਰ ਉਹ ਨਹੀਂ ਰਹਿਣਗੇ। ਕਿਉਂਕਿ ਮਹਾਰਾਜ ਕਹਿੰਦੇ ਨਾ, ਉੱਥੇ ਫਿਰ ਇਹ ਅੱਖਰਾਂ ਦੀ ਪਹੁੰਚ ਨਹੀਂ ਪਹੁੰਚਦੀ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਵਾਣੀ। ਉੱਥੇ ਫਿਰ ਇਹ ਬੋਲ ਨਹੀਂ ਪਹੁੰਚਣਗੇ। ਇਹ ਅੱਖਰ ਸਿਰਫ ਸਾਨੂੰ ਨਾ ਸਹਾਇਤਾ ਕਰ ਰਹੇ ਨੇ ਪਰਮਾਤਮਾ ਦਾ ਪਹੁੰਚਣ ਤੇ, ਪਰ ਇਹ ਅੱਖਰ ਸਾਡੀ ਮੰਜ਼ਿਲ ਨਹੀਂ ਨੇ। ਕਿਉਂਕਿ ਪਰਮਾਤਮਾ ਜਿੱਥੇ ਪਹੁੰਚਣਾ ਨਾ, ਉੱਥੇ ਇਹ ਅੱਖਰ ਜਾ ਕੇ ਮਿਟ ਜਾਣਗੇ। ਕਿਉਂਕਿ ਪਰਮਾਤਮਾ ਉੱਥੇ ਸੁਨ ਅਵਸਥਾ ਵਿੱਚ ਬੈਠਾ ਹੈ। ਪੜ੍ਹਦੇ ਆ ਨਾ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਜਦੋਂ ਇਹ ਅੱਖਰ ਨਾ ਸਾਡੀ ਸਹਾਇਤਾ ਕਰ ਰਹੇ ਨੇ, ਪਰ ਜਦ ਰੱਬ ਦੇ ਘਰ ਪਹੁੰਚਣਾ ਨਾ, ਉੱਥੇ ਫਿਰ ਇਹ ਅੱਖਰਾਂ ਦੀ ਵੀ ਲੋੜ ਨਹੀਂ ਹੈ। ਦੇਖੋ, ਜਦ ਤੱਕ ਮੈਂ ਵਾਂ ਤਦ ਤੱਕ ਤੂੰ ਨਹੀਂ ਹੈ। ਇੱਕ ਵਿਦਵਾਨ ਨੇ ਬੜਾ ਸੁੰਦਰ ਕਿਹਾ, ਕਹਿੰਦੇ ਨੇ, ਮੈਂ, ਤੂੰ ਤੇ ਮੈਂ ਤੂੰ ਤੇ ਮੈਂ। ਕਹਿੰਦੇ ਜਦ ਤੱਕ ਮੈਂ ਸੀ, ਮੈਂ ਆਦਮੀ ਕਿੰਨਾ ਮੈਂ ਕਰਦਾ ਹੈ। ਇਹ ਕੰਮ ਮੈਂ ਕੀਤਾ ਹੈ, ਇਹ ਮੈਂ ਮਕਾਨ ਬਣਾਇਆ ਹੈ, ਇਹ ਮੈਂ ਕੀਤਾ ਹੈ। ਪਰ ਜਦੋਂ ਗੁਰਬਾਣੀ ਪੜ੍ਹਦਾ ਹੈ, ਗੁਰੂ ਦੀ ਟੇਕ ਲੈਂਦਾ ਹੈ, ਜਦੋਂ ਅੰਦਰੋਂ ਮੈਂ ਨਿਕਲਦੀ ਹੈ ਨਾ, ਜਦੋਂ ਵੀ ਅੰਦਰੋਂ ਮੈਂ ਨਿਕਲੇ, ਹੋਮੇ ਨਿਕਲਦੀ ਹੈ, ਕੀ ਨਿਕਲਦਾ ਹੈ? ਫਿਰ ਤੂੰ ਨਿਕਲਦਾ ਹੈ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਹੁਣ ਜਦੋਂ ਮੈਂ ਨਿਕਲੀ ਤੇ ਤੂੰ ਆ ਗਿਆ। ਦੇਖੋ, ਤੂੰ ਨੂੰ ਜਗ੍ਹਾ ਤਾਂ ਹੀ ਮਿਲਦੀ ਹੈ ਜਦੋਂ ਮੈਂ ਨਿਕਲੇਗੀ, ਤੇ ਜਦੋਂ ਤੂੰ ਨਿਕਲ ਆ ਗਿਆ ਤੇ ਫਿਰ ਮੈਂ ਤੇ ਰੱਬ ਇੱਕ ਹੋ ਗਏ। ਮੈਂ, ਤੂੰ ਤੇ ਮੈਂ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਤਾਂ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਕਿ ਹੇ ਪਰਮਾਤਮਾ ਦਾ ਨਾਮ ਅੱਖਰਾਂ ਦੇ ਵਿੱਚ ਹੈ। ਉਹਦੀ ਸਿਫਤ ਵੀ ਉਹ ਅੱਖਰਾਂ ਦੇ ਰਾਹੀਂ ਗਾਈ ਸਕਦੀ ਹੈ। ਅੱਖਰੀ ਗਿਆਨ ਗੀਤ ਗੁਣ ਗਾਹਾ, ਅੱਖਰਾਂ ਦੁਆਰਾ ਹੀ ਉਸ ਦੀ ਵਿਚਾਰ ਹੁੰਦੀ ਹੈ, ਗਿਆਨ ਹੁੰਦਾ ਹੈ। ਦੇਖੋ, ਕਿਸੇ ਨਾਲ ਵੀ ਸੰਬੰਧ ਬਣਾਉਣੇ ਹੋਣ ਨਾ, ਤੇ ਸਾਨੂੰ ਅੱਖਰਾਂ ਦਾ ਬੋਧ ਹੋਣਾ ਚਾਹੀਦਾ ਹੈ। ਮੈਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਣੀ ਹੈ, ਤੁਹਾਡੀ ਮੇਰੇ ਤੱਕ ਆਣੀ ਹੈ ਨਾ, ਉਹ ਜਿਹੜੇ ਸਹਾਇਤਾ ਕਰਨ ਵਾਲੀ ਗੱਲ ਹੈ ਨਾ, ਉਹ ਅੱਖਰ ਨੇ। ਤਾਂ ਮਹਾਰਾਜ ਕਹਿੰਦੇ ਨੇ, ਅੱਖਰਾਂ ਨਾਲ ਗਿਆਨ ਮਿਲਦਾ ਹੈ, ਅੱਖਰਾਂ ਨਾਲ ਹੀ ਉਸ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ। ਦੇਖੋ, ਅੱਖਰ ਹੀ ਹਨ ਜਿਹੜੇ ਰਸ ਲਿਆਉਂਦੇ ਹਨ। ਅੱਖਰ ਉਹ ਵੀ ਨੇ ਜਿਹੜੇ ਪਰਮਾਤਮਾ ਤੋਂ ਤੋੜੇ ਵੀ ਜਾਂਦੇ ਹਨ, ਤੇ ਜਿਹੜੇ ਅੱਖਰਾਂ ਦੇ ਵਿੱਚ ਪਰਮਾਤਮਾ ਦੀ ਸਿਫਤ ਹੋਏ, ਉਹ ਅੱਖਰ ਪਰਮਾਤਮਾ ਤੱਕ ਲੈ ਕੇ ਜਾਂਦੇ ਹਨ। ਅੱਖਰੀ ਲਿਖਣ ਬੋਲਣ ਬਾਣ, ਬੋਲਣ ਬਾਣੀ, ਬੋਲ ਬਾਣੀ ਜਿਹੜੀ ਸਾਡੀ ਹੈ, ਉਹ ਵੀ ਅੱਖਰਾਂ ਨਾਲ ਹੀ ਹੈ। ਅਸੀਂ ਘਰ ਵਿੱਚ ਗੱਲ ਕਰਨੇ ਹਾਂ ਤਾਂ ਅੱਖਰ ਹੀ ਸਾਨੂੰ ਆਪਸ ਵਿੱਚ ਸੰਬੰਧ ਬਣਾਉਂਦੇ ਨੇ। ਅਸੀਂ ਸੰਸਾਰ ਵਿੱਚ ਵਿਚਰਨੇ ਹਾਂ, ਸਾਰੀਆਂ ਵਿਚਾਰਾਂ ਆਪਸ ਦੇ ਜੋ ਗੱਲਬਾਤ ਹੁੰਦੀ ਹੈ, ਮਹਾਰਾਜ ਕਹਿੰਦੇ ਨੇ ਸਭ ਅੱਖਰਾਂ ਦੇ ਕਾਰਨ ਹੈ। ਅੱਖਰਾ ਸਿਰ ਸੰਜੋਗ ਵਖਾਣ, ਅੱਖਰਾਂ ਕਰਕੇ ਹੀ ਸਤਿਗੁਰੂ ਕਹਿੰਦੇ ਨੇ ਕਿ ਉਸ ਦੇ ਸੰਜੋਗ, ਭਾਵ ਕਿ ਅੱਖਰਾਂ ਨਾਲ ਹੀ ਸੰਬੰਧ ਬਿਆਨ ਹੁੰਦਾ ਹੈ। ਉਸ ਆਸਰੇ, ਰੱਬ ਦੇ ਆਸਰੇ ਕਰਕੇ ਹੀ ਇਹ ਸੰਜੋਗ ਪ੍ਰਾਪਤ ਹੁੰਦੇ ਨੇ, ਅੱਖਰਾਂ ਕਰਕੇ। ਪਰ ਮਹਾਰਾਜ ਕਹਿੰਦੇ ਨੇ, ਜਿਨ ਇਹ ਲਿਖੇ ਤਿਸ ਸਿਰ ਨਾ ਹੈ। ਜਿਸ ਪਰਮਾਤਮਾ ਨੇ ਇਹ ਲੇਖ ਲਿਖੇ ਨੇ ਨਾ,
ਕਮਾਲ ਦੀ ਗੱਲ ਹੈ, ਉਸ ਪਰਮਾਤਮਾ ਦੇ ਨਾਲ ਉਹਦੇ ਉੱਤੇ ਕੋਈ ਵੀ ਲੇਖ ਨਹੀਂ ਹੈ। ਅਸੀਂ ਸਾਰੇ ਲੇਖੇ ਵਿੱਚ ਆਉਂਦੇ ਹਾਂ, ਜਿਤਨੇ ਵੀ ਜੀਵ ਨੇ, ਕਿਉਂਕਿ ਅਸੀਂ ਜੋ ਸਾਡੇ ਲੇਖ ਲਿਖੇ ਨੇ ਅਸੀਂ ਉਸ ਹਿਸਾਬ ਨਾਲ ਸੰਸਾਰ ਵਿੱਚ ਵਿਚਰਨੇ ਹਾਂ। ਪਰ ਪਰਮਾਤਮਾ ਅਜੂਨੀ ਹੈ, ਉਹਦੇ ਮੱਥੇ ਤੇ ਕੋਈ ਲੇਖ ਨਹੀਂ ਹੈ। ਉਹ ਲੇਖ ਲਿਖਣ ਵਾਲਾ ਕਰਤਾ ਹੈ, ਉਹ ਸਾਡੇ ਲੇਖ ਲਿਖਦਾ ਹੈ, ਉਹ ਆਪ ਨਹੀਂ ਲੇਖੇ ਵਿੱਚ ਆਉਂਦਾ। ਅਸੀਂ ਜਿਤਨੇ ਵੀ ਜੀਵ ਹਾਂ ਸਭ ਪਰਮਾਤਮਾ ਦੇ ਲੇਖ ਦੇ ਵਿੱਚ ਆਉਂਦੇ ਹਾਂ। ਤੋ ਮਹਾਰਾਜ ਕਹਿੰਦੇ ਨੇ ਲੇਖ ਕਾਰਨ ਹੀ, ਇਹ ਅੱਖਰ ਵੀ ਲੇਖਾਂ ਕਰਕੇ ਹੀ ਨੇ। ਜਿਵ ਫਰਮਾਏ ਤਿਵ ਤਿਵ ਪਾਏ। ਫਿਰ ਜਿਵੇਂ ਜਿਵੇਂ ਪਰਮਾਤਮਾ ਦਾ ਆਰਡਰ ਹੁੰਦਾ ਹੈ, ਹੁਕਮ ਹੁੰਦਾ ਹੈ, ਉਵੇਂ ਉਵੇਂ ਜੀਵ ਇੱਥੇ ਆ ਕੇ ਇਹ ਪ੍ਰਾਪਤ ਕਰਦੇ ਨੇ। ਕਿਉਂਕਿ ਪਰਮਾਤਮਾ ਦੀ ਹੇਠ ਦੇ ਵਿੱਚ ਹੀ ਇਹ ਸਭ ਚੀਜ਼ਾਂ ਬਣੀਆਂ ਨੇ। ਜਿਵੇਂ ਜਿਵੇਂ ਪਰਮਾਤਮਾ ਸਾਨੂੰ ਹੁਕਮ ਕਰਦਾ ਹੈ, ਹੁਕਮ ਤੋਂ ਪਰੇ ਕੋਈ ਵੀ ਚੀਜ਼ ਨਹੀਂ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਤੋ ਪਾਤਸ਼ਾਹ ਕਹਿੰਦੇ ਹਨ, ਜੇਤਾ ਕੀਤਾ ਤੇਤਾ ਨਾਉ। ਜਿੰਨਾ ਵੀ ਇਹ ਪਸਾਰਾ ਅਸੀਂ ਪਰਪੰਚ ਦੇਖ ਰਹੇ ਹਾਂ ਨਾ, ਸਾਰੇ ਉਸ ਦੇ ਨਾਮ ਨੇ। ਇਹ ਪਰਮਾਤਮਾ ਦੀ ਰਚਨਾ, ਜਿਹੜੀ ਜਗ ਰਚਨਾ ਜਿਹੜੀ ਪਰਮਾਤਮਾ ਨੇ ਬਣਾਈ ਹੈ ਨਾ, ਸਾਰੇ ਉਸ ਦੇ ਹੀ ਨਾਮ ਨੇ। ਉਹ ਆਪ ਹੀ ਬਣਾਉਂਦਾ ਹੈ, ਆਪ ਹੀ ਨਾਮ ਰੱਖਦਾ ਹੈ। ਜਿਤਨੇ ਨਾਮ ਅਸੀਂ ਦੇਖ ਰਹੇ ਹਾਂ ਇਸ ਪਰਪੰਚ ਦੇ, ਇਸ ਖਲਕਤ ਦੇ, ਜਿਤਨੀ ਧਰਤੀਆਂ ਦੇ, ਇਹ ਸਭ ਪਰਮਾਤਮਾ ਦੇ ਬਣਾਏ ਹੋਏ ਹਨ। ਕੁਦਰਤ ਕਵਣ ਕਹਾ ਵਿਚਾਰ। ਉਸ ਪ੍ਰਭੂ ਪਰਮਾਤਮਾ ਦੀ ਜਿਹੜੀ ਕੁਦਰਤ ਸ਼ਕਤੀ ਹੈ ਨਾ, ਮਾਰੇ ਕਹਿੰਦੇ ਨੇ ਮੈਂ ਉਹਦੀ ਕੀ ਵਿਚਾਰ ਕਰ ਸਕਣਾ ਵਾ। ਪਰਮਾਤਮਾ ਦੀ ਸ਼ਕਤੀ ਬੇਅੰਤ ਹੈ। ਮਾਰੇ ਕਹਿੰਦੇ ਨੇ ਮੈਂ ਜੇ ਵਿਚਾਰ ਇਹਦੀ ਨਹੀਂ ਕਰ ਸਕਦਾ। ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਇੱਥੋਂ ਤੱਕ ਕਿ ਇੱਕ ਵਾਰ ਵੀ ਉਹਦੇ ਤੋਂ ਵਾਰ ਨਹੀਂ ਜਾ ਸਕਦਾ। ਜੇ ਮੈਂ ਚਾਹਾਂ ਪਰਮਾਤਮਾ ਤੇਰੇ ਤੋਂ ਮੈਂ ਇੱਕ ਵਾਰ ਜਾਵਾਂ, ਮੇਰੇ ਵਿੱਚ ਇਤਨੀ ਪਾਇਆ ਨਹੀਂ ਹੈ ਕਿ ਮੈਂ ਤੇਰੇ ਤੇ ਵਾਰ ਵੀ ਜਾ ਸਕਾਂ। ਇਸ ਕਰਕੇ ਮੈਂ ਤੇਰੇ ਚਰਨਾਂ 'ਚ ਅਰਦਾਸ ਕਰਨਾ ਕਿ ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ ਹੈ ਨਾ, ਉਹੀ ਭਲਾ ਹੈ। ਜੋ ਤੁਧ ਭਾਵੈ ਸਾਈ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ। हे ਆਕਾਰ ਤੋਂ ਰਹਿਤ ਪ੍ਰਭੂ ਪਰਮਾਤਮਾ, ਤੇਰਾ ਕੋਈ ਆਕਾਰ ਨਹੀਂ ਹੈ, ਤੂੰ ਸਦਾ ਸਲਾਮਤ ਰਹਿਣ ਵਾਲਾ ਹੈ। ਅਸੀਂ ਜਿਤਨੇ ਜੀਵ ਹਾਂ ਇੱਕ ਦਿਨ ਫਾਨੀ ਹੋ ਜਾਣਾ ਹੈ, ਖਤਮ ਹੋ ਜਾਣਾ ਹੈ, ਪਰ हे ਪਰਮਾਤਮਾ ਤੁਸੀਂ ਸਦਾ ਕਾਇਮ ਰਹਿਣਾ ਹੈ। ਤੋ ਗੁਰੂ ਮਹਾਰਾਜ ਨੇ ਇਸ ਸ਼ਬਦ ਵਿੱਚ, ਇਸ ਪੌੜੀ ਦੇ ਅੰਦਰ ਉਸ ਪਰਮਾਤਮਾ ਦੇ ਨਾਮਾਂ ਨੂੰ ਅੱਖਰਾਂ ਰਾਹੀਂ ਦੱਸਿਆ ਹੈ ਕਿ ਸੰਸਾਰ ਦੇ ਵਿੱਚ ਕੋਈ ਵੀ ਪਰਮਾਤਮਾ ਦੀ ਵਸਤੂ, ਪਰਮਾਤਮਾ ਦੇ ਟਿਕਾਣੇ ਬਿਨਾਂ ਅੱਖਰਾਂ ਤੋਂ ਨਹੀਂ ਨੇ। ਜਿਤਨੇ ਵੀ ਨਾਮ ਨੇ ਉਹ ਅੱਖਰਾਂ ਰਾਹੀਂ ਹਨ। ਤੋ ਸਾਧ ਸੰਗਤ,